Welcome back everybody to the official YouTube channel of Yes Academy. I am Yogesh. As you know कि last lecture series ਦੇ ਵਿੱਚ ਆਪਾਂ soil mechanics ਦੀ shear strength ਪੜ੍ਹ ਰਹੇ ਸੀ। ਅੱਜ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ that is vane shear test. Vane equipment ਦਾ ਨਾਮ ਹੁੰਦਾ ਜਿਹਨੂੰ ਆਪਾਂ ਯੂਜ਼ ਕਰਦੇ ਹਾਂ ਇਸ shear test ਦੇ ਲਈ। Vane ਨੂੰ ਪੰਜਾਬੀ ਦੇ ਵਿੱਚ ਜੇ ਆਪਾਂ ਆਪਣੇ ਪੰਜਾਬੀ ਵਾਲੇ ਕਿਸੇ equipment ਨਾਲ ਕੰਪੇਅਰ ਕਰਨਾ ਹੋਵੇ ਤਾਂ ਜਿਵੇਂ ਆਪਣੇ ਘਰਾਂ 'ਚ ਮੱਖਣ ਕੱਢਣ ਦੇ ਲਈ ਮਧਾਣੀ ਹੁੰਦੀ ਹੈ ਹਨਾ ਜਾਂ ਆਪਣੇ ਘਰਾਂ ਦੇ ਵਿੱਚ ਗ੍ਰਾਈਂਡਰ ਹੁੰਦੇ ਆ ਤਾਂ ਇਹ ਗ੍ਰਾਈਂਡਰ ਦੀ ਸ਼ੇਪ ਦੀ ਹੁੰਦੀ ਹੈ ਵੇਨ ਬਿਲਕੁਲ। ਤਾਂ ਵੇਨ ਦੇ ਵਿੱਚ ਕੀ ਕਰਦੇ ਨੇ ਟੌਪ ਦੇ ਉੱਪਰ ਇੱਕ ਹੈਂਡਲ ਹੁੰਦਾ, ਹੈਂਡਲ ਤੋਂ ਪਕੜ ਕੇ ਵੇਨ ਨੂੰ ਰੋਟੇਟ ਕਰਦੇ ਆ। ਵੇਨ ਦਾ ਜੇ ਮੈਂ ਟੌਪ ਵਿਊ ਬਣਾਵਾਂ ਤਾਂ ਉਹ ਕੁਝ ਇਸ ਤਰੀਕੇ ਨਾਲ ਬਣੂਗਾ। ਵੇਨ ਦਾ ਟੌਪ ਵਿਊ ਕੁਝ ਇਸ ਤਰੀਕੇ ਨਾਲ ਬਣੂਗਾ। ਇਸ ਡਾਇਮੈਂਸ਼ਨ ਨੂੰ ਆਪਾਂ ਡਾਇਆ ਵੀ ਬੋਲ ਸਕਦੇ ਹਾਂ, डाया ऑफ वेन के बराबर होगा। इस दे बिल्कुल ऊपर एक हैंडल होंदा है। ਜਦੋਂ मैं उस हैंडल तो इनू रोटेट करने की कोशिश करूंगा यानी कि मैं उते टॉर्क अप्लाई करूंगा। ਆਪਾਂ ਨੂੰ ਪਤਾ ਹੈ ਜਦੋਂ ਵੀ ਆਪਾਂ ਕਿਸੇ ਮਟੀਰੀਅਲ ਤੇ ਟਾਰਕ ਅਪਲਾਈ ਕਰਦੇ ਆ ਤਾਂ ਉਹਦੇ ਉੱਤੇ ਸ਼ੀਅਰ ਸਟ੍ਰੈਸ ਅਪਲਾਈ ਹੋ ਜਾਂਦੇ ਆ। ਤਾਂ ਉਹ ਸ਼ੀਅਰ ਸਟ੍ਰੈਸ ਇਸ ਜਿਹੜੀ ਸੋਇਲ ਹੋਊਗੀ ਆਸੇ-ਪਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਜਿਸ ਸਟ੍ਰੈਸ ਤੇ ਜਾ ਕੇ ਆਪਣੀ ਸੋਇਲ ਮੂਵ ਕਰ ਚੁਗੀ, ਫੇਲ ਕਰ ਚੁਗੀ, ਉਸ ਸ਼ੀਅਰ ਸਟ੍ਰੈਸ ਨੂੰ ਆਪਾਂ ਸੋਇਲ ਦੀ ਸ਼ੀਅਰ ਸਟਰੈਂਥ ਬੋਲਾਂਗੇ। ਜਿਹੜਾ ਇਹ ਟੈਸਟ ਹੈ ਮੋਸਟਲੀ ਕਲੇਈ ਸੋਇਲ ਦੇ ਲਈ ਯੂਜ਼ ਕਰਦੇ ਆ ਆਪਾਂ ਮੋਸਟਲੀ, ਨਾਲ ਹੀ ਇਹਨੂੰ ਫੀਲਡ 'ਚ ਵੀ ਯੂਜ਼ ਕਰ ਸਕਦੇ ਆ ਤੇ ਲੈਬ 'ਚ ਵੀ ਯੂਜ਼ ਕਰ ਸਕਦੇ ਆ। ਜਿਹੜਾ ਆਪਣੇ ਕੋਲ ਫੀਲਡ ਵਾਲਾ ਇਕਵਿਪਮੈਂਟ ਹੁੰਦਾ ਉਹਦਾ ਸਾਈਜ਼ ਗ੍ਰੇਟਰ ਹੁੰਦਾ ਐਜ਼ ਕੰਪੇਅਰ ਟੂ ਦੈਟ ਆਫ ਲੈਬ, ਕਿਉਂਕਿ ਫੀਲਡ ਵਿੱਚ ਜਗ੍ਹਾ ਜ਼ਿਆਦਾ ਹੁੰਦੀ ਹੈ ਤਾਂ ਉੱਥੇ ਆਪਾਂ ਇਕਵਿਪਮੈਂਟ ਵੱਡਾ ਯੂਜ਼ ਕਰ ਸਕਦੇ ਹਾਂ। ਲੈਬ ਦੇ ਵਿੱਚ ਆਪਣੇ ਕੋਲੇ ਸਪੇਸ ਘੱਟ ਹੁੰਦੀ ਹੈ ਤਾਂ ਕਰਕੇ ਆਪਣੇ ਇਕਵਿਪਮੈਂਟ ਦਾ ਸਾਈਜ਼ ਵੀ ਕੀ ਹੁੰਦਾ ਹੈਗਾ ਛੋਟਾ ਹੁੰਦਾ ਹੈ। ਤਾਂ ਵੇਨ ਸ਼ੀਅਰ ਟੈਸਟ ਦੇ ਵਿੱਚ ਕੀ ਹੋਊਗਾ, ਜਿਹੜੀ ਸ਼ੀਅਰ ਸਟਰੈਂਥ ਹੋਊਗੀ ਸੋਇਲ ਦੀ, ਜਿਵੇਂ ਕਲੇਈ ਸੋਇਲ ਦੀ ਗੱਲ ਕਰ ਰਹੇ ਹਾਂ ਤਾਂ ਉਹ C ਦੇ ਪ੍ਰਪੋਰਸ਼ਨਲ ਹੋਊਗੀ। ਤਾਂ ਜਿਹੜਾ ਟਾਓ ਹੋਊਗਾ ਉਹ ਪ੍ਰਪੋਰਸ਼ਨਲ ਹੋਊਗਾ C ਦੇ। ਸਿਮਿਲਰਲੀ ਜਿੰਨੀ ਟਾਰਕ ਸੋਇਲ ਜ਼ਿਆਦਾ ਹੈਂਡਲ ਕਰ ਲੂਗੀ ਉਨੀ ਹੀ ਸੋਇਲ ਦੀ ਸ਼ੀਅਰ ਸਟਰੈਂਥ ਵੀ ਜ਼ਿਆਦਾ ਹੋਊਗੀ, ਯਾਨੀ ਕਿ ਟਾਰਕ ਵਿਲ ਬੀ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਟਾਓ। ਹੁਣ ਇੱਥੇ ਦੋ ਕੇਸਿਸ ਬਣ ਸਕਦੇ ਨੇ ਇਸ ਸੋਇਲ ਨੂੰ ਜੇ ਮੈਂ ਸਟੱਡੀ ਕਰਨਾ ਹੋਵੇ। ਕਿਵੇਂ ਦੇਖੋ, ਜੇ ਆ ਮੇਰਾ ਗਰਾਊਂਡ ਲੈਵਲ ਹੈ ਤਾਂ ਮੈਂ ਦੋ ਤਰੀਕਿਆਂ ਨਾਲ ਵੇਨ ਨੂੰ ਪਲੇਸ ਕਰ ਸਕਦਾ ਹਾਂ। ਇੱਕ ਤਾਂ ਮੈਂ ਵੇਨ ਨੂੰ ਜਸਟ ਟੌਪ ਤੇ ਪਲੇਸ ਕਰਨਾ, ਫਸਟ ਕੇਸ। ਸੈਕਿੰਡ ਕੇਸ ਇਜ਼ ਵੇਨ ਨੂੰ ਮੈਂ ਸਮ ਹਾਈਟ ਤੇ ਪਲੇਸ ਕਰਾਂ, ਕਿਸੇ ਵੀ ਹਾਈਟ ਦੇ ਉੱਪਰ ਮੈਂ ਵੇਨ ਨੂੰ ਪਲੇਸ ਕਰਾਂ। ਕਲੀਅਰ? ਤਾਂ ਹੁਣ ਦੋ ਕੇਸਿਸ ਬਣ ਗਏ। ਜਿਹੜਾ ਫਸਟ ਕੇਸ ਹੋਊਗਾ, ਫਸਟ ਕੇਸ ਦੇ ਵਿੱਚ ਵੇਨ ਦੇ ਜਸਟ ਟੌਪ ਤੇ ਕੋਈ ਸੋਇਲ ਨਹੀਂ ਹੈਗੀ। ਜੇ ਵੇਨ ਦੇ ਜਸਟ ਟੌਪ ਤੇ ਕੋਈ ਵੀ ਸੋਇਲ ਨਹੀਂ ਤਾਂ ਮਤਲਬ ਇਹਨੂੰ ਟੌਪ ਤੋਂ ਕੋਈ ਵੀ ਹੈਲਪ ਨਹੀਂ ਮਿਲੂਗੀ ਲੋਡ ਹੈਂਡਲ ਕਰਨ 'ਚ। ਜਾਂ ਆਪਾਂ ਇਹ ਕਹਿ ਸਕਦੇ ਹਾਂ ਸੋਇਲ ਦੇ ਉੱਤੇ ਜਿਹੜਾ ਸ਼ੀਅਰ ਅਪਲਾਈ ਹੋਊਗਾ ਉਹ ਇੱਕ ਤਾਂ ਇਹਨਾਂ ਦੋਨੇ ਸਾਈਡਸ ਤੋਂ ਅਪਲਾਈ ਹੋਊਗਾ ਪਲੱਸ ਇੱਕ ਬੇਸ ਤੋਂ ਅਪਲਾਈ ਹੋਊਗਾ। ਕਲੀਅਰ? ਬਟ ਇਨ ਕੇਸ ਨੰਬਰ 2 ਟੌਪ ਤੇ ਵੀ ਸੋਇਲ ਹੈ ਤਾਂ ਟੌਪ ਤੋਂ ਵੀ ਸ਼ੀਅਰ ਮਿਲੇਗਾ ਤੇ ਸਾਈਡਸ ਤੋਂ ਵੀ ਸ਼ੀਅਰ ਮਿਲੇਗਾ। ਦੋਨੇ ਕੇਸਿਸ ਦੇ ਵਿੱਚ ਇਹਦੇ ਵਿੱਚ ਸ਼ੀਅਰ ਫਰੋਮ ਬਾਟਮ ਓਨਲੀ, ਇਹਦੇ ਵਿੱਚ ਸ਼ੀਅਰ ਫਰੋਮ ਟੌਪ ਐਂਡ ਬਾਟਮ ਬੋਥ। ਇਹਦੇ ਵਿੱਚ ਸ਼ੀਅਰ ਫਰੋਮ ਬੋਥ ਸਾਈਡਸ, ਇਹਦੇ ਵਿੱਚ ਵੀ ਸ਼ੀਅਰ ਫਰੋਮ ਬੋਥ ਸਾਈਡਸ। ਤਾਂ ਜੇ ਮੈਂ ਕੇਸ ਨੰਬਰ 1 ਦੀ ਗੱਲ ਕਰਾਂ, ਸ਼ੀਅਰ ਫਰੋਮ ਟੌਪ, ਕੇਸ ਨੰਬਰ 1 ਹੈ ਸ਼ੀਅਰ ਫਰੋਮ ਬਾਟਮ ਓਨਲੀ। ਜੇ ਆਪਾਂ ਸ਼ੀਅਰ ਫਰੋਮ ਬਾਟਮ ਓਨਲੀ ਦੀ ਗੱਲ ਕਰੀਏ ਤਾਂ ਇੱਥੋਂ ਜਿਹੜੀ ਆਪਣੇ ਕੋਲ ਸ਼ੀਅਰ ਸਟਰੈਂਥ ਨਿਕਲ ਕੇ ਆਉਂਦੀ ਹੈ tau is equal to T upon pi d square into d by 12 plus h by 2। केस नंबर 1 ਦੇ ਵਿੱਚ ਆਪਾਂ ਇਹ ਰਿਲੇਸ਼ਨ ਯੂਜ਼ ਕਰਾਂਗੇ। ਟਾਰਕ ਆਪਣੇ ਕੋਲੇ ਪ੍ਰੈਕਟੀਕਲੀ ਅਪਲਾਈ ਕਰ ਰਹੇ ਹਾਂ, ਆਪਾਂ ਨੂੰ ਪਤਾ ਹੋਊਗੀ d ਇੱਥੇ ਡਾਇਆ ਹੈ, ਆਪਾਂ ਇਧਰਲੇ ਪਾਸੇ ਮੈਂਸ਼ਨ ਕਰ ਚੁੱਕੇ ਹਾਂ ਡਾਇਆ। h ਹਾਈਟ ਆਫ ਵੇਨ ਹੋਊਗੀ ਯਾਨੀ ਕਿ ਜਿਹੜਾ ਆਪਣਾ ਹੈਂਡਲ ਹੈ ਉਸ ਵੇਨ ਦੇ ਬਾਟਮ ਤੋਂ ਕਿੰਨੀ ਦੂਰ ਹੈ। ਜਾਂ ਬੇਸਿਕਲੀ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜੀ ਇੱਕ ਵੇਨ ਹੋਊਗੀ ਉਸ ਵੇਨ ਦੀ ਕਿੰਨੀ ਹਾਈਟ ਹੈ ਉਹਨੂੰ ਕੀ ਬੋਲਾਂਗੇ ਆਪਾਂ h। ਇਹ ਹਾਈਟ ਆਪਾਂ ਨੂੰ ਪ੍ਰੋਵਾਈਡਡ ਹੋਊਗੀ। ਨੈਕਸਟ ਇਜ਼ ਪਾਰਟ 2 ਨੂੰ ਆਪਾਂ ਕੀ ਕਹਿ ਸਕਦੇ ਹਾਂ, ਸ਼ੀਅਰ ਫਰੋਮ। ਹੁਣ ਇਸ ਕੇਸ 'ਚ ਸ਼ੀਅਰ ਟੌਪ ਤੋਂ ਵੀ ਲੱਗ ਰਿਹਾ ਬਾਟਮ ਤੋਂ ਵੀ ਲੱਗ ਰਿਹਾ, ਸ਼ੀਅਰ ਫਰੋਮ ਟੌਪ ਐਂਡ ਬੋਟਮ। ਤਾਂ ਇਸ ਕੇਸ ਦੇ ਵਿੱਚ ਟਾਓ ਇਜ਼ ਇਕੁਅਲ ਟੂ T ਓਵਰ ਪਾਈ d ਸਕੁਆਇਰ d ਬਾਈ 6 ਪਲੱਸ h ਬਾਈ 2। ਜੇ ਆਪਾਂ ਧਿਆਨ ਦੇਈਏ ਚੇਂਜ ਕੀ ਹੋਇਆ,
इस थां ते d/12 है, इस थां ते d/6 है। क्लियर? शेयर फ्रॉम टॉप एंड बॉटम ते शेयर फ्रॉम बॉटम ओनली दोनों केसेस दे विच किहड़ा केस आपां फील्ड च यूज करांगे? जिस पॉइंट दे उपर आपां नूं शेयर स्ट्रेंथ रिक्वायर्ड होगी उसी पॉइंट उत्ते आपां टेस्ट कनेक्ट करवावांगे। जे आपां नूं शेयर स्ट्रेंथ एट द टॉप सरफेस रिक्वायर्ड है तो आपां टॉप ते कनेक्ट करवावांगे, जे आपां नूं शेयर फोर्स एट सम डेप्थ रिक्वायर्ड है तो आपां डेप्थ ते कनेक्ट करवावांगे। इत्थे ध्यान देना h डेप्थ ऑफ सॉइल नहीं हैगी, इत्थे h हाइट ऑफ वेन है, तो h इत्थे हाइट ऑफ वेन। क्लियर? इसी अपना वेन शेयर टेस्ट। नाउ लेट्स टॉक अबाउट द इंपॉर्टेंट ग्राफ्स जिन्हां दे आपां नूं लोड पै सकदी है एग्जाम दे लई। जे आपां इंपॉर्टेंट ग्राफ्स दे विच देखीए ਤਾਂ इंपॉर्टेंट ग्राफ्स च हुण तक आपां जिहड़े ग्राफ्स पढ़े ने शेयर स्ट्रेंथ दे बेसिक ग्राफ्स अपने टॉप जिहड़े आपां शुरू च डिस्कस कीते सी, दैट वार आपां की लिखिया सीगा मोहर सर्कल दे बेसिस उपर आपां ग्राफ बनाया सी। इधरले पासे आपां नॉर्मल स्ट्रेस रखदे सी, इधरले पासे आपां शेयर स्ट्रेंथ रखदे सी, शेयर स्ट्रेसेस रखदे सी। अपने इस तरीके दे नाल सर्कल्स बनते गए सी। इन्हां नूं ज्वाइन करदी आपां एक लाइन ड्रॉ कीती सी। क्लियर? आगले कोऑर्डिनेट नूं आपां C बोलिया सी, कोहेजन। इस लाइन दी जिहड़ी स्लोप हुंदी सी ओनूं की बोलिया सी आपां फाई। ये आपां हुण तक पढ़िया सीगा। नाल ही आपां की देखिया सीगा भी जे सॉइल दा फाई 0 होवे, जे मैं फाई 0 दा ग्राफ बनाउणा होवे तां ओ कुछ इस तरीके नाल बनिया सी। आह हॉरिजॉन्टल लाइन हुंदी है 0 स्लोप वाली, अगला कोऑर्डिनेट की होगा कला C होगा। इहनूं आपां C सॉइल भी बोल सकते हैं ते फाई इक्वल टू 0 सॉइल भी बोल सकते हैं। सैकंड केस दे विच आपां की हो सकता है जे C 0 होवे ते फाई दी वैल्यू कुछ फाई होवे तां अगला कोऑर्डिनेट 0 हो गया। जे आ कोऑर्डिनेट 0 हो गया तां लाइन एग्जैक्टली ओरिजिन तो शुरू होगी, तां ग्राफ कुछ इस तरीके नाल बन जाऊगा। तां यानी कि अगली स्लोप की होगी फाई, जेड़ा C दा कोऑर्डिनेट की हो गया 0 हो गया। ये सीगे बेसिक चीज़ां आपां हुण तक पढ़ चुके हैं। इस लाइन नूं आपां बोलदे हुंदे हैं फेलियर इनवैलप। फेलियर इनवैलप तो की मतलब हुंदा है जे आपां जेड़ा लोड अप्लाई कर रहे हैं उस लोड दी कंडीशंस इस लाइन तो बाहर जा रही हैं, यानी कि वो पॉइंट किते भी होर लाई कर रहा है इस लाइन तो बाहर, तो नाल दी नाल मेरी सॉइल की हो जूगी फेल हो जूगी अंडर एनी लोडिंग जिस दी ग्राफ ते पॉइंट इस लाइन तो बाहर जा रहे हैं, तो एट दैट लोडिंग सॉइल विल फेल। इस लाइन तो नीचे नीचे जे मेरी लोडिंग कंडीशंस रहणगियां तो उस लोड नूं मेरी सॉइल इजीली हैंडल कर लूगी। ये मतलब हुंदा है इस ग्राफ दा, इस लाइन दा। सिमिलरली इस केस दे विच आपां की देख रहे हैं सॉइल दी शेयर स्ट्रेंथ कांस्टेंट है, इस केस दे विच भी सॉइल दी शेयर स्ट्रेंथ वध रही है विद इंक्रीज इन नॉर्मल स्ट्रेस। क्लियर? ये तो सीगा हुण तक दा बेसिक। इस तो बिना नेक्स्ट आपां जो सॉइल नूं डिवाइड करते हैं, सॉइल नूं आपां तीन मेन पार्ट्स च डिवाइड करते हैं, लूज सॉइल, मीडियम सॉइल ते डेंस सॉइल। लूज, मीडियम ते डेंस। ये तो अपन नाम तो क्लियर हो रहा है। लूज का मतलब जिहदी डेंसिटी घट है, मीडियम तो मतलब जिहदी डेंसिटी लूज नालों ज्यादा है, डेंस तो मतलब जिहदी डेंसिटी सब तो ज्यादा होगी, कंप्लीटली कंपैक्टेड स्टेट जिहड़ी होगी उहनूं आपां डेंस बोलांगे। क्लियर? ਜਦੋਂ ਵੀ ਆਪਾਂ ਲੂਜ਼ ਮੀਡੀਅਮ ਤੇ ਡੈਂਸ ਦੀ ਗੱਲ ਕਰਦੇ ਹਾਂ ਆਪਾਂ ਕੰਪੈਕਸ਼ਨ ਨਾਲ ਰਿਲੇਟ ਕਰਾਂਗੇ। ਆਪਾਂ ਪੜਿਆ ਸੀ ਵੀ ਕੰਪੈਕਸ਼ਨ ਬੇਸਿਕਲੀ ਸੋਇਲ ਦੀ ਪ੍ਰੋਪਰਟੀ ਹੁੰਦੀ ਹੈ, ਕਲੇ ਇੰਨੀ ਜ਼ਿਆਦਾ ਕੰਪੈਕਟ ਨਹੀਂ ਹੁੰਦੀ। ਕਲੇ ਦੇ ਕੇਸ 'ਚ ਆਪਾਂ ਕੰਸੋਲੀਡੇਸ਼ਨ ਦੀ ਗੱਲ ਕਰਦੇ ਹਾਂ। ਤਾਂ ਬੇਸਿਕਲੀ ਜਦੋਂ ਵੀ ਮੈਂ ਲੂਜ਼ ਮੀਡੀਅਮ ਤੇ ਡੈਂਸ ਦੀ ਗੱਲ ਕਰੂੰਗਾ ਉਹ ਤੋਂ ਆਪਾਂ ਨੂੰ ਕਲੀਅਰ ਹੋ ਜਾਊਗਾ ਵੀ ਆਪਾਂ ਸੈਂਡ ਦੀ ਗੱਲ ਕਰ ਰਹੇ ਹਾਂ। ਸਿੰਪਲੀ ਸੈਂਡ ਦੀ ਗੱਲ ਕਰ ਰਹੇ ਹਾਂ। ਜੇ ਆਪਾਂ ਇਸ ਸੈਂਡ ਦੀਆਂ ਪ੍ਰੋਪਰਟੀਆਂ ਨੂੰ ਲਿੰਕ ਕਰਨਾ ਹੋਵੇ ਕਲੇ ਦੀਆਂ ਪ੍ਰੋਪਰਟੀਆਂ ਨਾਲ ਤਾਂ ਆਪਾਂ ਜਦੋਂ ਗ੍ਰਾਫ ਬਣਾ ਕੇ ਦੇਖਿਆ, ਆਪਾਂ ਪ੍ਰੈਕਟੀਕਲ ਬਿਹੇਵੀਅਰ ਸਟੱਡੀ ਕੀਤਾ ਤਾਂ ਆਪਾਂ ਕੀ ਦੇਖਿਆ, ਡੈਂਸ ਸੈਂਡ ਦੀਆਂ ਸਾਰੀਆਂ ਪ੍ਰੋਪਰਟੀਆਂ ਓਵਰ ਕੰਸੋਲੀਡੇਟਡ ਕਲੇ ਨਾਲ ਮਿਲ ਰਹੀਆਂ ਸੀ। ਓਵਰ ਕੰਸੋਲੀਡੇਟਡ ਦਾ ਮਤਲਬ ਤੁਹਾਨੂੰ ਕਲੀਅਰ ਹੋਊਗਾ। ਜਿਨ੍ਹਾਂ ਸਟੂਡੈਂਟਸ ਨੂੰ ਕਲੀਅਰ ਨਹੀਂ ਹੈਗਾ ਆਪਣੇ ਪ੍ਰੀਵੀਅਸ ਲੈਕਚਰਸ ਦੇਖੋ ਕੰਸੋਲੀਡੇਸ਼ਨ ਵਾਲੇ, ਉੱਥੋਂ ਕਲੀਅਰ ਹੋਊਗਾ। ਤਾਂ ਡੈਂਸ ਸੈਂਡ ਦੀਆਂ ਪ੍ਰੋਪਰਟੀਆਂ ਓਵਰ ਕੰਸੋਲੀਡੇਟਡ ਕਲੇ ਦੇ ਨਾਲ ਐਗਜ਼ੈਕਟਲੀ ਮਿਲਦੀਆਂ ਸੀਗੀਆਂ, ਜਿਹਨੂੰ ਆਪਾਂ OC ਵੀ ਲਿਖ ਦਿੰਦੇ ਹਾਂ, ਓਵਰ ਕੰਸੋਲੀਡੇਟਡ ਕਲੇ। ਲੂਜ਼ ਸੈਂਡ ਦੀਆਂ ਪ੍ਰੋਪਰਟੀਆਂ ਨਾਰਮਲੀ ਕੰਸੋਲੀਡੇਟਡ ਕਲੇ ਦੇ ਨਾਲ ਰਿਸੈਂਬਲ ਕਰ ਰਹੀਆਂ ਸੀ।
ਨਾਰਮਲੀ ਕੰਸੋਲੀਡੇਟਡ ਕਲੇ ਦੇ ਨਾਲ ਐਗਜ਼ੈਕਟਲੀ ਰਿਸੈਂਬਲ ਕਰ ਰਹੀਆਂ ਸੀ ਆਪਣੀਆਂ ਪ੍ਰੋਪਰਟੀਜ਼ ਲੂਜ਼ ਸੈਂਡ ਦੇ ਨਾਲ, ਕਰਕੇ ਇਹਨੂੰ ਮੈਂ NC ਲਿਖ ਲੈਣਾ। ਮੀਡੀਅਮ ਸੈਂਡ ਦਾ ਆਪਾਂ ਇੰਨਾ ਕੰਸੀਡਰ ਨਹੀਂ ਕਰਦੇ, ਆਪਣੇ ਕੋਲੇ ਬੇਸਿਕਲੀ ਦੋ ਚੀਜ਼ਾਂ ਦੀ ਲੋੜ ਹੋਊਗੀ, ਲੂਜ਼ ਸੈਂਡ ਜਾਂ ਡੈਂਸ ਸੈਂਡ। ਹੁਣ ਹੋਊਗਾ ਕਿ ਜਦੋਂ ਆਪਾਂ ਲੋਡਿੰਗ ਪਾਉਣੀ ਸ਼ੁਰੂ ਕਰਾਂਗੇ, ਸਭ ਤੋਂ ਪਹਿਲਾਂ ਜੇ ਮੈਂ ਲੂਜ਼ ਸੈਂਡ ਉੱਪਰ ਲੋਡਿੰਗ ਪਾਉਣੀ ਸ਼ੁਰੂ ਕਰੂੰਗਾ ਤਾਂ ਲੂਜ਼ ਸੈਂਡ ਕੰਪੈਕਟ ਹੋਣੀ ਸ਼ੁਰੂ ਹੋਊਗੀ, ਯਾਨੀ ਕਿ ਉਹਦਾ ਵੋਲਿਊਮ ਡਿਕਰੀਜ਼ ਕਰਨਾ ਸ਼ੁਰੂ ਹੋਊਗਾ, ਉਹਦੇ ਵਿੱਚ ਸਟ੍ਰੇਨਸ ਹੋਣੇ ਸ਼ੁਰੂ ਹੋਣਗੇ। ਮੀਡੀਅਮ ਸੈਂਡ ਦੇ ਵਿੱਚ ਕੀ ਹੋਊਗਾ, ਜੇ ਮੈਂ ਲੋਡ ਪਾਊਂਗਾ ਤਾਂ ਉਹ ਪਹਿਲਾਂ ਥੋੜੀ ਦੇਰ ਕੰਪੈਕਟ ਹੋਈ ਜਾਊਗੀ, ਫਿਰ ਉਹ ਕਨਵਰਟ ਹੋ ਜੂਗੀ ਡੈਂਸ ਸੈਂਡ ਦੇ ਵਿੱਚ। ਡੈਂਸ ਸੈਂਡ ਦੇ ਉੱਤੇ ਜੇ ਮੈਂ ਲੋਡ ਪਾਊਂਗਾ ਤਾਂ ਡੈਂਸ ਤਾਂ ਪਹਿਲਾਂ ਤੋਂ ਹੀ ਬਹੁਤ ਕੰਪੈਕਟਡ ਹੈ, ਤਾਂ ਉਹਦੇ ਵਿੱਚ ਸੈਟਲਮੈਂਟ ਨਹੀਂ ਹੋਊਗੀ ਜ਼ਿਆਦਾ, ਸਡਨਲੀ ਕੀ ਹੋ ਜਾਊਗਾ, ਫੇਲਿਅਰ ਹੋ ਜਾਊਗਾ। ਜੇ ਆਪਾਂ ਇੱਥੋਂ ਕੰਪੇਅਰ ਕਰਨਾ ਹੋਵੇ ਤਾਂ ਲੂਜ਼ ਸੈਂਡ ਦੇ ਵਿੱਚ ਸੈਟਲਮੈਂਟ ਹੋ ਰਹੀ ਹੈ, ਯਾਨੀ ਕਿ ਇੱਕ ਤਰੀਕੇ ਦੀ ਡਕਟਾਈਲ ਸੋਇਲ ਹੋਗੀ। ਡਕਟਾਈਲ ਤੋਂ ਮੇਰਾ ਮਤਲਬ ਇਹ ਨਹੀਂ ਹੈਗਾ ਵੀ ਇਹ ਲੋਡ ਤੇ ਵਿੱਚ ਇਲੋਂਗੇਟ ਹੁੰਦੀ ਜਾ ਰਹੀ ਹੈ, ਇਦਾਂ ਨਹੀਂ। ਲੂਜ਼ ਸੈਂਡ ਨੂੰ ਡਕਟਾਈਲ ਕਹਿਣ ਤੋਂ ਮਤਲਬ ਕੀ ਹੈ, ਇਹਦੇ ਵਿੱਚ ਆਪਾਂ ਨੂੰ ਫੇਲਿਅਰ ਤੋਂ ਪਹਿਲਾਂ ਸੈਟਲਮੈਂਟ ਦੇ ਨਾਲ ਵਾਰਨਿੰਗ ਮਿਲ ਰਹੀ ਹੈ। ਕਲੀਅਰ? ਮੀਡੀਅਮ ਦੇ ਵਿੱਚ ਵੀ ਵਾਰਨਿੰਗ ਮਿਲੂਗੀ, ਡੈਂਸ ਸੈਂਡ ਦੇ ਵਿੱਚ ਕੋਈ ਵਾਰਨਿੰਗ ਨਹੀਂ ਮਿਲੂਗੀ, ਸੋਇਲ ਸਡਨਲੀ ਕੀ ਕਰੂਗੀ, ਫੇਲ ਕਰੂਗੀ। ਯਾਨੀ ਕਿ ਡੈਂਸ ਸੈਂਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਫੇਲਿਅਰ ਕਿਹੜਾ ਹੋਊਗਾ, ਬ੍ਰਿਟਲ। ਡੈਂਸ ਸੈਂਡ ਦਾ ਫੇਲਿਅਰ ਹਮੇਸ਼ਾ ਕੀ ਹੁੰਦਾ ਹੈ, ਬ੍ਰਿਟਲ। ਬਟ ਜੇ ਮੈਂ ਲੂਜ਼ ਸੈਂਡ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਮੈਨੂੰ ਡਕਟਾਈਲ ਫੇਲਿਅਰ ਦੇਖਣ ਨੂੰ ਮਿਲੂਗਾ। ਡਕਟਾਈਲ ਤੋਂ ਮਤਲਬ ਇੱਥੇ ਟੈਂਸ਼ਨ ਨਾਲ ਨਹੀਂ ਹੈਗਾ, ਡਕਟਾਈਲ ਤੋਂ ਮਤਲਬ ਕੀ ਹੈ ਵੀ ਫੇਲ ਹੋਣ ਤੋਂ ਪਹਿਲਾਂ ਸੋਇਲ ਥੋੜੀ ਜਿਹੀ ਵਾਰਨਿੰਗ ਰਿਪਰੈਜ਼ੈਂਟ ਕਰੂਗੀ। ਹੁਣ ਜੇ ਆਪਾਂ ਇਸੇ ਚੀਜ਼ ਨੂੰ ਗ੍ਰਾਫਿਕਲੀ ਸਮਝੀਏ ਤਾਂ ਉਹ ਗ੍ਰਾਫਸ ਕਿਵੇਂ ਬਣਨਗੇ, ਦੇਖੋ। ਜੇ ਮੈਂ ਸਟ੍ਰੈਸ ਸਟ੍ਰੇਨ ਕਰਵ ਡਰਾ ਕਰਾਂ ਇਹਨਾਂ ਤਿੰਨੇ ਸੋਇਲਸ ਦੇ ਲਈ, ਸਟ੍ਰੈਸ ਸਟ੍ਰੇਨ ਕਰਵ ਤੋਂ ਵਿੱਚ ਕੀ ਹੁੰਦਾ, ਸਟ੍ਰੈਸ ਹੁੰਦਾ ਹੈ y ਐਕਸਿਸ, ਸਟ੍ਰੇਨ ਹੁੰਦਾ ਹੈ x ਐਕਸਿਸ। ਸਟ੍ਰੈਸ ਸਟ੍ਰੇਨ, ਇੱਥੇ ਆਪਾਂ ਐਕਸੀਅਲ ਸਟ੍ਰੈਸ ਤੇ ਐਕਸੀਅਲ ਸਟ੍ਰੇਨ ਦੀ ਗੱਲ ਕਰ ਰਹੇ ਹਾਂ। ਹੁਣ ਜੇ ਮੈਂ ਲੂਜ਼ ਸੈਂਡ ਦੀ ਗੱਲ ਕਰਾਂ ਤਾਂ ਲੂਜ਼ ਸੈਂਡ ਦੇ ਉੱਤੇ ਮੈਂ ਜਿਵੇਂ ਜਿਵੇਂ ਲੋਡ ਪਾਊਂਗਾ ਉਵੇਂ ਉਵੇਂ ਉਹ ਸੈਟਲ ਕਰਦੀ ਚਲੀ ਜਾਊਗੀ, ਯਾਨੀ ਕਿ ਉਦਾਂ ਉਦਾਂ ਸਟ੍ਰੇਨਸ ਆਉਂਦੇ ਜਾਣਗੇ। ਤਾਂ ਇਹ ਕੁਝ ਇਸ ਤਰੀਕੇ ਨਾਲ ਬਣਦਾ ਗ੍ਰਾਫ। ਇਹ ਕਰਵ ਇੱਕ ਸਟ੍ਰੇਟ ਲਾਈਨ ਨਹੀਂ ਹੁੰਦੀ, ਕਰਵਡ ਹੁੰਦੀ ਹੈ, ਬਟ ਸਟ੍ਰੈਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਹੋ ਜਾਂਦਾ ਹੈ ਸਟ੍ਰੇਨ ਦੇ। ਜੇ ਆਪਾਂ ਮੀਡੀਅਮ ਸੈਂਡ ਦੀ ਗੱਲ ਕਰੀਏ ਤਾਂ ਮੀਡੀਅਮ ਸੈਂਡ ਥੋੜੀ ਜਿਹੀ ਜ਼ਿਆਦਾ ਕੰਪੈਕਟਡ ਹੈ ਲੂਜ਼ ਦੇ ਨਾਲੋਂ, ਤਾਂ ਇਹ ਥੋੜਾ ਜਿਹਾ ਜ਼ਿਆਦਾ ਲੋਡ ਲਊਗੀ ਪਰ ਕੰਪੈਕਟ ਹੁੰਦੀ ਚਲੀ ਜਾਊਗੀ। ਕਲੀਅਰ? ਜੇ ਮੈਂ ਗੱਲ ਕਰਾਂ ਡੈਂਸ ਸੈਂਡ ਦੀ, ਡੈਂਸ ਸੈਂਡ ਦੇ ਵਿੱਚ ਕੀ ਹੋਊਗਾ, ਹੁਣ ਉਹ ਲੋਡ ਬਹੁਤ ਜ਼ਿਆਦਾ ਲੈ ਲੂਗੀ ਬਟ ਸਟ੍ਰੇਨਸ ਇੰਨੇ ਜ਼ਿਆਦਾ ਸ਼ੋ ਨਹੀਂ ਕਰੂਗੀ, ਸਟ੍ਰੇਨਸ ਨਹੀਂ ਸ਼ੋ ਕਰੂਗੀ। ਫਿਰ ਕੀ ਹੋਊਗਾ, ਇੱਕ ਪੁਆਇੰਟ ਤੇ ਜਾ ਕੇ ਸਡਨਲੀ ਕੀ ਕਰ ਜੂਗੀ, ਫੇਲ ਕਰ ਜੂਗੀ। ਹੁਣ ਆਹ ਵਾਲਾ ਪੁਆਇੰਟ ਕੀ ਇੰਡੀਕੇਟ ਕਰ ਰਿਹਾ ਹੈ, this diagram indicates failure point। ਹੁਣ ਫੇਲਿਅਰ ਪੁਆਇੰਟ ਹੋਣ ਤੋਂ ਬਾਅਦ ਕੀ ਹੋਇਆ, ਸਡਨਲੀ ਸਟ੍ਰੇਨਸ ਵੱਧ ਗਈ। ਸਟ੍ਰੇਨਸ ਵਧਣ ਤੋਂ ਕੀ ਮਤਲਬ ਹੈ, ਸੋਇਲ ਹੁਣ ਕ੍ਰੈਕ ਹੋ ਗਈ, ਸੋਇਲ ਟੁੱਟ ਚੁੱਕੀ ਹੈ, ਯਾਨੀ ਕਿ ਜਿਹੜੇ ਮੇਰੇ ਪਾਰਟੀਕਲਸ ਹੈ ਉਹ ਸਕੈਟਰ ਹੋਣੇ ਸ਼ੁਰੂ ਹੋ ਗਏ ਆਸੇ-ਪਾਸੇ। ਕਲੀਅਰ? ਤਾਂ ਇਹਦੇ ਵਿੱਚ ਸਡਨ ਵੋਲਿਊਮ, ਸਡਨ ਸਟ੍ਰੇਨਸ ਕੀ ਇੰਡੀਕੇਟ ਕਰ ਰਿਹਾ ਵੀ ਸਡਨਲੀ ਵੋਲਿਊਮ ਇਨਕਰੀਜ਼ ਹੋ ਗਿਆ, ਸੋਇਲ ਟੁੱਟ ਚੁੱਕੀ ਹੈ ਪੂਰੀ ਤਰ੍ਹਾਂ ਨਾਲ। ਤਾਂ ਆ ਮੇਰਾ ਗ੍ਰਾਫ ਇੰਡੀਕੇਟ ਕਰ ਰਿਹਾ ਲੂਜ਼ ਸੈਂਡ ਨੂੰ, ਆ ਇੰਡੀਕੇਟ ਕਰ ਰਿਹਾ ਮੀਡੀਅਮ ਤੇ ਆ ਇੰਡੀਕੇਟ ਕਰ ਰਿਹਾ ਡੈਂਸ। ਜਾਂ ਮੈਂ ਓਵਰ ਕੰਸੋਲੀਡੇਟਡ ਸੋਇਲ ਕਹਿ ਸਕਦਾ ਤੇ ਨਾਰਮਲੀ ਕੰਸੋਲੀਡੇਟਡ ਸੋਇਲ ਕਹਿ ਸਕਦਾ। ਲੂਜ਼ ਸੈਂਡ ਦੇ ਵਿੱਚ ਤੇ ਮੀਡੀਅਮ ਸੈਂਡ ਦੇ ਵਿੱਚ ਆਪਾਂ ਨੂੰ ਐਗਜ਼ੈਕਟ ਫੇਲਿਅਰ ਪੁਆਇੰਟ ਪਤਾ ਨਹੀਂ ਲੱਗਿਆ, ਤਾਂ ਉਸ ਫੇਲਿਅਰ ਪੁਆਇੰਟ ਨੂੰ ਇੰਡੀਕੇਟ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਉਸ ਫੇਲਿਅਰ ਪੁਆਇੰਟ ਨੂੰ ਇੰਡੀਕੇਟ ਕਰਨ ਲਈ ਆਪਾਂ ਇੱਕ ਸਟ੍ਰੇਨ ਦੀ ਵੈਲਿਊ ਚੂਜ਼ ਕਰਦੇ ਹਾਂ। ਡਿਪੈਂਡਿੰਗ ਅਪਨ ਆਵਰ ਲੋਡਿੰਗ ਕੰਡੀਸ਼ਨਸ ਆਪਾਂ ਕੋਈ ਵੀ ਇੱਕ ਸਟ੍ਰੇਨ ਦੀ ਵੈਲਿਊ ਚੂਜ਼ ਕਰਾਂਗੇ ਤੇ ਉਸ ਸਟ੍ਰੇਨ ਦੀ ਵੈਲਿਊ ਦੇ ਉੱਪਰ ਸੋਇਲ ਨੇ ਜਿੰਨਾ ਵੀ ਲੋਡ ਲੈ ਲਿਆ ਉਸੇ ਲੋਡ ਨੂੰ ਆਪਾਂ ਸੋਇਲ ਦੀ ਸ਼ੀਅਰ ਸਟਰੈਂਥ ਦਾ ਨਾਮ ਦੇਵਾਂਗੇ। ਕਿੰਨੇ ਕਿੰਨੇ ਸਟ੍ਰੇਨਸ ਲੈਣੇ ਆ, ਕਿਸ ਤਰੀਕੇ ਨਾਲ ਕੰਸੀਡਰ ਕਰਨਾ, ਇਹਦੇ ਬਾਰੇ ਆਪਾਂ ਜਦੋਂ ਫਾਊਂਡੇਸ਼ਨ ਪੜਾਂਗੇ, ਬੇਅਰਿੰਗ ਸਟਰੈਂਥ ਪੜਾਂਗੇ, ਉਹਦੇ ਵਿੱਚ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ। ਤਾਂ ਲੂਜ਼ ਸੈਂਡ ਸਿੰਪਲ ਗ੍ਰਾਫ, ਮੀਡੀਅਮ ਦੇ ਵਿੱਚ ਥੋੜਾ ਜਿਹਾ ਉੱਪਰ ਲਾਈ ਕਰੂਗਾ ਉਹਦੇ, ਡੈਂਸ ਸੈਂਡ ਦਾ ਸਭ ਤੋਂ ਉੱਪਰ ਲਾਈ ਕਰੂਗਾ ਤੇ ਸਡਨਲੀ ਬ੍ਰਿਟਲ ਫੇਲਿਅਰ ਆਪਾਂ ਨੂੰ ਦੇਖਣ ਨੂੰ ਮਿਲੂਗਾ। ਕਲੀਅਰ? ਜੇ ਕਲੇ ਦੀਆਂ ਪ੍ਰੋਪਰਟੀਆਂ ਕੰਪੇਅਰ ਕਰਨੀਆਂ ਹੋਣ ਤਾਂ ਡੈਂਸ ਸੈਂਡ ਨਾਲ ਐਗਜ਼ੈਕਟਲੀ ਲਿੰਕ ਕਰੂਗੀ ਓਵਰ ਕੰਸੋਲੀਡੇਟਡ ਕਲੇ ਤੇ ਲੂਜ਼ ਸੈਂਡ ਨਾਲ ਲਿੰਕ ਕਰੂਗੀ ਨਾਰਮਲੀ ਕੰਸੋਲੀਡੇਟਡ ਕਲੇ। ਇਹਨਾਂ ਤੋਂ ਬਿਨਾ ਹੋਰ ਕਿਹੜੇ-ਕਿਹੜੇ ਗ੍ਰਾਫਸ ਦੀ ਆਪਾਂ ਨੂੰ ਲੋੜ ਪੈਂਦੀ ਹੈ, ਹੁਣ ਆਪਾਂ ਉਹਨਾਂ ਗ੍ਰਾਫਸ ਬਾਰੇ ਗੱਲ ਕਰਦੇ ਹਾਂ। ਜਿਵੇਂ ਆਪਾਂ ਸਟ੍ਰੈਸ ਤੇ ਸਟ੍ਰੇਨ ਚ ਗ੍ਰਾਫ ਬਣਾ ਕੇ ਦੇਖਿਆ ਸੀ, ਉਵੇਂ ਹੀ ਆਪਾਂ ਵੋਲਿਊਮ ਚੇਂਜ ਤੇ ਸਟ੍ਰੇਨ ਚ ਗ੍ਰਾਫ ਬਣਾ ਕੇ ਦੇਖਦੇ ਹਾਂ ਕਿਸ ਤਰੀਕੇ ਨਾਲ ਬਣੂਗਾ। ਦੇਖੋ ਇਧਰਲੇ ਪਾਸੇ ਜੇ ਮੈਂ डेल्टा V रख लेना यानी कि चेंज इन वॉल्यूम, इधरले पासे मैं स्ट्रेन रख लेना, इत्थे अपने लॉन्गिट्यूडिनल स्ट्रेन की गल कर रहे हैं। तो हुण की होगा जे आपां लूज सैंड की गल कीती सी
ਲੂਜ਼ ਸੈਂਡ ਦੇ ਕੇਸ 'ਚ ਕੀ ਹੋ ਰਿਹਾ ਸੀ, ਜਿਵੇਂ ਜਿਵੇਂ ਮੇਰੇ ਸਟ੍ਰੇਨਸ ਵੱਧ ਰਹੇ ਸੀ ਉਵੇਂ ਉਵੇਂ ਸੋਇਲ ਕੰਪਰੈਸ ਹੋ ਰਹੀ ਸੀ, ਯਾਨੀ ਕਿ ਵੋਲਿਊਮ ਕੀ ਕਰ ਰਿਹਾ ਸੀਗਾ, ਘਟ ਰਿਹਾ ਸੀ। ਤਾਂ ਇਸ ਕੇਸ ਦੇ ਵਿੱਚ ਕੀ ਹੋਊਗਾ, ਜਿਵੇਂ ਜਿਵੇਂ ਸਟ੍ਰੇਨਸ ਵੱਧਦੇ ਚਲੇ ਜਾਣਗੇ ਮੇਰਾ ਵੋਲਿਊਮ ਘਟੂਗਾ, ਯਾਨੀ ਕਿ ਚੇਂਜ ਇਨ ਵੋਲਿਊਮ ਕੀ ਹੋਊਗਾ, ਨੈਗੇਟਿਵ। ਜੇ ਸਟ੍ਰੇਨਸ ਵੱਧ ਰਹੇ ਹੈ ਤਾਂ ਨਾਲ ਦੀ ਨਾਲ ਮੇਰਾ ਡੈਲਟਾ V ਵੀ ਕੀ ਹੋ ਰਿਹਾ ਹੈਗਾ, ਨੈਗੇਟਿਵ ਹੋ ਰਿਹਾ ਹੈ। ਕਲੀਅਰ। ਹੁਣ ਜੇ ਆਪਾਂ ਡੈਲਟਾ V ਦੀ ਗੱਲ ਕਰੀਏ ਇਨ ਕੇਸ ਆਫ ਜਿਹੜੀ ਆਪਣੀ ਡੈਂਸ ਸੈਂਡ ਸੀਗੀ, ਡੈਂਸ ਸੈਂਡ ਦੇ ਕੇਸ 'ਚ ਕੀ ਸੀਗਾ, ਸੋਇਲ ਹਲਕਾ ਜਿਹਾ ਸਟ੍ਰੇਨ ਵੱਧਦਾ ਸੀਗਾ, ਉਸ ਤੋਂ ਬਾਅਦ ਸਡਨਲੀ ਸੋਇਲ ਕੀ ਕਰ ਜਾਂਦੀ ਸੀ, ਫੇਲ ਕਰ ਜਾਂਦੀ ਸੀ, ਲਾਈਕ ਦਿਸ। ਤਾਂ ਇਹ ਗ੍ਰਾਫ ਇੰਡੀਕੇਟ ਕਰੂਗਾ ਡੈਂਸ ਨੂੰ ਤੇ ਆਹ ਗ੍ਰਾਫ ਇੰਡੀਕੇਟ ਕਰੂਗਾ ਲੂਜ਼ ਨੂੰ। ਜੇ ਮੈਂ ਮੀਡੀਅਮ ਵਾਸਤੇ ਬਣਾਉਣਾ ਹੋਵੇ, ਮੀਡੀਅਮ ਸ਼ੁਰੂ ਦੇ ਵਿੱਚ ਥੋੜਾ ਜਿਹਾ ਅਬਵ ਰਹਿੰਦੀ ਹੁੰਦੀ ਹੈ ਲੂਜ਼ ਤੋਂ, ਤੇ ਫਿਰ ਕੁਝ ਇਸ ਤਰੀਕੇ ਦੇ ਨਾਲ ਫਿਲ ਕਰੂਗੀ, ਲਾਈਕ ਦਿਸ। ਤਾਂ ਇਹ ਗ੍ਰਾਫ ਫੋਲੋ ਕਰੂਗਾ ਮੀਡੀਅਮ ਨੂੰ। ਮੀਡੀਅਮ ਬਾਰੇ ਕੰਸੀਡਰ ਕਰਨਾ ਆਪਣੇ ਲਈ ਜ਼ਰੂਰੀ ਨਹੀਂ ਹੁੰਦਾ, ਮੋਸਟਲੀ ਆਪਾਂ ਨੂੰ ਦੋ ਹੀ ਕੰਡੀਸ਼ਨਸ ਦੇਖਣ ਨੂੰ ਮਿਲਦੀਆਂ, ਲੂਜ਼ ਜਾਂ ਡੈਂਸ। ਮੀਡੀਅਮ ਦੇ ਕੇਸ ਆਪਾਂ ਨੂੰ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਜੇ ਮੀਡੀਅਮ ਦਾ ਕੇਸ ਦੇਖਣ ਨੂੰ ਮਿਲੂਗਾ ਵੀ, ਆਪਾਂ ਉਹਨੂੰ ਕਨਵਰਟ ਕਰ ਲਾਂਗੇ ਡੈਂਸ ਦੇ ਵਿੱਚ, ਕਿਉਂਕਿ ਆਪਾਂ ਥੋੜੀ ਕੰਪੈਕਸ਼ਨ ਕਰ ਦਿੰਦੇ ਆ ਫਿਰ। ਤਾਂ ਮੋਸਟਲੀ ਆਪਾਂ ਨੂੰ ਜਾਂ ਤਾਂ ਡੈਂਸ ਦਾ ਕੇਸ ਦੇਖਣ ਨੂੰ ਮਿਲੂਗਾ ਜਾਂ ਲੂਜ਼ ਦਾ ਦੇਖਣ ਨੂੰ ਮਿਲੂਗਾ। ਇਹੀ ਗ੍ਰਾਫ ਜੇ ਆਪਾਂ ਨਾਰਮਲੀ ਕੰਸੋਲੀਡੇਟਡ ਸੋਇਲ ਵਾਸਤੇ ਬਣਾਉਣਾ ਹੋਵੇ ਤਾਂ ਕੁਝ ਇਸ ਤਰੀਕੇ ਨਾਲ ਬਣੂਗਾ, ਜੇ ਓਵਰਲੀ ਕੰਸੋਲੀਡੇਟਡ ਨਾਲ ਬਣਾਉਣਾ ਹੋਵੇ ਤਾਂ ਇਸ ਤਰੀਕੇ ਨਾਲ ਬਣੂਗਾ ਡੈਂਸ ਵਾਲਾ। ਕਲੀਅਰ। ਤਾਂ ਡੈਂਸ ਦੇ ਵਿੱਚ ਕੀ ਹੁੰਦਾ, ਪਹਿਲਾਂ ਵੋਲਿਊਮ ਘਟਦਾ ਫਿਰ ਵੋਲਿਊਮ ਇਨਕਰੀਜ਼ ਕਰਦਾ, ਲੂਜ਼ ਦੇ ਵਿੱਚ ਵੋਲਿਊਮ ਘਟਦਾ ਚਲਾ ਜਾਂਦਾ। ਕਲੀਅਰਲੀ। ਤਾਂ ਇਹੀ ਕੁਐਸਚਨਸ ਆਪਾਂ ਨੂੰ 1-1 2-2 ਨੰਬਰ ਦੇ ਪੇਪਰ ਦੇ ਵਿੱਚ ਬਹੁਤ ਦੇਖਣ ਨੂੰ ਮਿਲਣਗੇ। ਜਿਹੜੇ ਬੱਚੇ ਗੇਟ ਲਈ ਅਟੈਂਪਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹ ਕੁਐਸਚਨਸ ਈਜ਼ੀਲੀ ਦੇਖਣ ਨੂੰ ਮਿਲ ਸਕਦੇ ਆ। ਈਐਸ ਦੇ ਵਿੱਚ ਕਾਮਨ ਹੈ ਇਹ ਕੁਐਸਚਨਸ। ਜੇ ਤੁਸੀਂ ਐਸਡੀਓ ਜਾਂ ਜੇਈ ਦਾ ਕੋਈ ਵੀ ਐਗਜ਼ਾਮ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਇਹ ਕੁਐਸਚਨਸ ਤੁਹਾਨੂੰ ਨਾਰਮਲੀ ਦੇਖਣ ਨੂੰ ਮਿਲਣਗੇ ਇਹਨਾਂ ਗ੍ਰਾਫਸ ਦੇ ਉੱਪਰ। ਨੈਕਸਟ, ਜੇ ਆਪਾਂ ਗ੍ਰਾਫ ਲਿਖਣਾ ਹੋਵੇ, ਹੁਣ ਆਪਾਂ ਪੜਿਆ ਸੀ ਵੀ ਸੋਇਲ ਦੇ ਵਿੱਚ ਜਿਵੇਂ ਜਿਵੇਂ ਲੋਡ ਇਨਕਰੀਜ਼ ਕਰਦੇ ਆ ਉਵੇਂ ਉਵੇਂ ਪੋਰ ਵਾਟਰ ਪ੍ਰੈਸ਼ਰ ਡਿਵੈਲਪ ਹੁੰਦਾ ਹੈ। ਜੇ ਮੈਂ ਇਧਰਲੇ ਪਾਸੇ ਪੋਰ ਵਾਟਰ ਪ੍ਰੈਸ਼ਰ ਰੱਖਾਂ ਤੇ ਇਸ ਸਾਈਡ ਦੇ ਉੱਪਰ ਮੈਂ ਸਟ੍ਰੇਨਸ ਰੱਖਾਂ ਲਾਈਕ ਦਿਸ, ਤਾਂ ਉਹ ਕਿਵੇਂ ਦਾ ਫਰਕ ਪਊਗਾ ਸਟ੍ਰੇਨਸ ਦੇ ਇਨਕਰੀਜ਼ ਹੋਣ ਨਾਲ ਪੋਰ ਵਾਟਰ ਪ੍ਰੈਸ਼ਰ ਤੇ। ਜਿਵੇਂ ਜਿਵੇਂ ਮੈਂ ਸਟ੍ਰੇਨਸ ਵਧਾਉਣੇ ਸ਼ੁਰੂ ਕਰੂੰਗਾ, ਯਾਨੀ ਕਿ ਸਟ੍ਰੇਨਸ ਤਾਂ ਵਧਣਗੇ ਜੇ ਸਟ੍ਰੈਸ ਵਧ ਰਿਹਾ ਹੋਊਗਾ, ਤਾਂ ਜਿਵੇਂ ਜਿਵੇਂ ਆਪਣਾ ਸਟ੍ਰੈਸ ਵਧੂਗਾ ਉਵੇਂ ਉਵੇਂ ਵਾਟਰ ਦੇ ਉੱਪਰ ਵੀ ਜਿਹੜਾ ਲੋਡ ਆ ਰਿਹਾ ਉਹਦੀ ਅਮਾਉਂਟ ਇਨਕਰੀਜ਼ ਹੋਊਗੀ, ਤਾਂ ਯਾਨੀ ਕਿ ਪੋਰ ਵਾਟਰ ਪ੍ਰੈਸ਼ਰ ਵਧਣਾ ਸ਼ੁਰੂ ਹੋਊਗਾ ਲਾਈਕ ਦਿਸ। ਜੇ ਮੈਂ ਲੂਜ਼ ਸੈਂਡ ਦੀ ਜਾਂ ਨਾਰਮਲੀ ਕੰਸੋਲੀਡੇਟਡ ਕਲੇ ਦੀ ਗੱਲ ਕਰਾਂ ਤਾਂ ਜਿਵੇਂ ਜਿਵੇਂ ਆਪਾਂ ਸਟ੍ਰੇਨਸ ਵਧਾਵਾਂਗੇ ਉਵੇਂ ਪੋਰ ਵਾਟਰ ਪ੍ਰੈਸ਼ਰ ਵੀ ਵਧਣਾ ਸ਼ੁਰੂ ਹੋਊਗਾ। ਸੈਂਡ ਇੱਥੇ ਮੈਂ ਤਾਂ ਨਹੀਂ ਮੈਂਸ਼ਨ ਕੀਤਾ ਕਿਉਂਕਿ ਸੈਂਡ ਦੇ ਵਿੱਚ ਵਾਟਰ ਪ੍ਰੈਸ਼ਰ ਡਿਵੈਲਪ ਨਹੀਂ ਹੁੰਦਾ, ਸੈਂਡ ਦੇ ਵਿੱਚ ਵਾਟਰ ਈਜ਼ੀਲੀ ਫਲੋ ਕਰ ਜਾਂਦਾ, ਤਾਂ ਵਾਟਰ ਦੇ ਉੱਪਰ ਇੰਨਾ ਸਟ੍ਰੈਸ ਨਹੀਂ ਆਉਂਦਾ। ਜਦੋਂ ਆਪਾਂ ਕਲੇ ਦੀ ਗੱਲ ਕਰਦੇ ਹਾਂ, ਕਲੇ ਦੇ ਕੇਸ 'ਚ ਵਾਟਰ ਦਾ ਫਲੋ ਕਰਨਾ ਮੁਸ਼ਕਿਲ ਹੁੰਦਾ, ਤਾਂ ਕਰਕੇ ਵਾਟਰ ਦੇ ਉੱਪਰ ਵੀ ਸਟ੍ਰੈਸਸ ਅਪੀਅਰ ਹੁੰਦੇ ਆ। ਜੇ ਆਪਾਂ ਓਵਰ ਕੰਸੋਲੀਡੇਟਡ ਕਲੇ ਦੀ ਗੱਲ ਕਰੀਏ ਤਾਂ ਉਹਦੇ ਕੇਸ 'ਚ ਕੀ ਹੋਊਗਾ, ਓਵਰ ਕੰਸੋਲੀਡੇਟਡ ਕਲੇ 'ਚ ਜਿਵੇਂ ਸਟ੍ਰੈਸ ਵਧਣਗੇ ਸ਼ੁਰੂ ਦੇ ਵਿੱਚ ਥੋੜਾ ਜਿਹਾ ਪੋਰ ਵਾਟਰ ਪ੍ਰੈਸ਼ਰ ਇਨਕਰੀਜ਼ ਹੋਊਗਾ, ਬਟ ਸਡਨਲੀ ਫਿਰ ਸੋਇਲ ਕੀ ਕਰ ਦੂਗੀ, ਫੇਲ ਕਰ ਦੂਗੀ ਲਾਈਕ ਦਿਸ। ਇਸ ਪੁਆਇੰਟ ਤੋਂ ਕੀ ਪਤਾ ਲੱਗ ਰਿਹਾ, ਜਿਵੇਂ ਸੋਇਲ ਫੇਲ ਕਰ ਜੂਗੀ ਨਾਲ ਦੀ ਨਾਲ ਵਾਟਰ ਸੋਇਲ ਦੇ ਵਿੱਚੋਂ ਬਾਹਰ ਨਿਕਲ ਜੂਗਾ। ਜਿਵੇਂ ਵਾਟਰ ਬਾਹਰ ਨਿਕਲੂਗਾ ਉਸ ਥਾਂ ਦੇ ਉੱਪਰ ਜਿਹੜਾ ਚੇਂਜ ਇਨ ਪੋਰ ਵਾਟਰ ਪ੍ਰੈਸ਼ਰ ਹੈ ਜਾਂ ਪੋਰ ਵਾਟਰ ਪ੍ਰੈਸ਼ਰ ਨੈਗੇਟਿਵ ਚਲਾ ਜਾਊਗਾ, ਤਾਂ ਇੱਥੇ ਆਪਾਂ ਕੀ ਕਹਿ ਸਕਦੇ ਹਾਂ, ਪਹਿਲਾਂ ਪੋਰ ਵਾਟਰ ਪ੍ਰੈਸ਼ਰ ਵਧਿਆ ਫਿਰ ਪੋਰ ਵਾਟਰ ਪ੍ਰੈਸ਼ਰ ਘਟਣਾ ਸ਼ੁਰੂ ਹੋ ਗਿਆ ਵਿਦ ਇਨਕਰੀਜ਼ ਇਨ ਸਟ੍ਰੇਨਸ। ਕਲੀਅਰ। ਇਹ ਕੇਸ ਕਿਹਦਾ ਹੈਗਾ, ਓਵਰ ਕੰਸੋਲੀਡੇਟਡ ਕਲੇ ਦਾ। ਇਹ ਵਾਲਾ ਕੇਸ ਆਪਣੇ ਕੋਲ ਕਿਹਦਾ ਹੈਗਾ, ਨਾਰਮਲੀ ਕੰਸੋਲੀਡੇਟਡ ਕਲੇ। ਪੋਰ ਵਾਟਰ ਪ੍ਰੈਸ਼ਰ ਸੈਂਡ ਦੇ ਕੇਸ 'ਚ ਡਿਵੈਲਪ ਨਹੀਂ ਹੋਊਗਾ, ਤਾਂ ਆਪਾਂ ਸੈਂਡ ਦੇ ਕੇਸ 'ਚ ਇਹਦੀ ਗੱਲ ਨਹੀਂ ਕੀਤੀ। ਕਲੀਅਰ। ਹੁਣ ਜੇਕਰ ਆਪਾਂ ਫਰਦਰ ਹੋਰ ਗ੍ਰਾਫਸ ਦੇ ਰਿਲੇਸ਼ਨ ਦੇਖੀਏ, ਲਾਈਕ graph between void ratio and axial strain, ਜੇ ਮੈਂ void ratio ਤੇ axial strain ਦੇ ਵਿੱਚ ਗ੍ਰਾਫ ਦੇਖਾਂ ਕਿਵੇਂ, void ratio delta E, ਜਾਂ ਆਪਾਂ ਸਿੰਪਲੀ ਕੱਲੀ void ratio ਦੇ ਵਿੱਚ ਹੀ ਗ੍ਰਾਫ ਰੱਖ ਲੈਂਦੇ ਹਾਂ, E ਤੇ ਇਧਰਲੇ ਪਾਸੇ ਜੇ ਮੈਂ strains ਰੱਖਾਂ ਤਾਂ ਉਹ ਕਿਸ ਤਰੀਕੇ ਨਾਲ ਹੋਊਗਾ। ਦੇਖੋ ਹੁਣ ਜਦੋਂ ਮੈਂ ਲੂਜ਼ ਸੋਇਲ ਦੀ ਗੱਲ ਕਰੂੰਗਾ, ਲੂਜ਼ ਸੈਂਡ ਦੀ ਗੱਲ ਕਰੂੰਗਾ, ਤਾਂ ਉਹਦੀ void ratio ਇਨੀਸ਼ੀਅਲੀ ਜ਼ਿਆਦਾ ਹੋਊਗੀ, ਤਾਂ ਇਨੀਸ਼ੀਅਲੀ void ratio ਜ਼ਿਆਦਾ ਹੋਊਗੀ। ਜਿਵੇਂ ਜਿਵੇਂ ਮੈਂ ਸਟ੍ਰੇਨਸ ਵਧਾਉਂਦਾ ਚਲਾ ਜਾਊਂਗਾ ਨਾਲ ਦੀ ਨਾਲ ਮੇਰੀ void ratio ਘਟਣੀ ਸ਼ੁਰੂ ਹੋ ਜੂਗੀ ਲਾਈਕ ਦਿਸ। void ratio ਘਟੂਗੀ ਵਿਦ ਇਨਕਰੀਜ਼ ਇਨ ਸਟ੍ਰੇਨਸ। ਜੇ ਮੈਂ ਡੈਂਸ ਸੈਂਡ ਦੀ ਗੱਲ ਕਰਾਂ, ਡੈਂਸ ਸੈਂਡ ਦੇ ਕੇਸ 'ਚ ਕੀ ਹੋਊਗਾ, ਸ਼ੁਰੂ ਦੇ ਵਿੱਚ void ratio ਘੱਟ ਹੋਊਗੀ, ਬਹੁਤ ਘੱਟ ਹੋਊਗੀ ਲਾਈਕ ਦਿਸ। ਸ਼ੁਰੂ ਵਾਲੀ void ratio ਜੇ ਘੱਟ ਹੋਊਗੀ ਤਾਂ ਨਾਲ ਦੀ ਨਾਲ ਜਦੋਂ ਮੈਂ ਸਟ੍ਰੇਨਸ ਇਨਕਰੀਜ਼ ਕਰੂੰਗਾ
ਤਾਂ ਵੋਇਡ ਰੇਸ਼ੋ ਸ਼ੁਰੂ ਦੇ ਵਿੱਚ ਤਾਂ ਹਲਕੀ ਜੀ ਘਟੂਗੀ ਲਾਈਕ ਦਿਸ, ਜਿਵੇਂ ਹਰ ਵਾਰੀ ਸੋਇਲ ਬਿਹੇਵ ਕਰਦੀ ਹੈ, ਫਿਰ ਸੋਇਲ ਦੀ ਵੋਇਡ ਰੇਸ਼ੋ ਇਨਕਰੀਜ਼ ਕਰ ਜੂਗੀ ਲਾਈਕ ਦਿਸ। ਇੱਕ ਪੁਆਇੰਟ ਆਊਗਾ ਜਿੱਥੇ ਇਹ ਜਾ ਕੇ ਦੋਨੇ ਵੋਇਡ ਰੇਸ਼ੋਜ਼ ਅਪਰੋਕਸੀਮੇਟਲੀ ਕੀ ਹੋ ਜਾਣਗੀਆਂ, ਸੇਮ ਹੋ ਜਾਣਗੀਆਂ। ਐਗਜ਼ੈਕਟਲੀ ਇਹ ਗ੍ਰਾਫ ਮੈਚ ਨਹੀਂ ਕਰਦਾ, ਤਕਰੀਬਨ ਨੇੜੇ ਹੋ ਜਾਂਦੀ ਹੈ ਦੋਨਾਂ ਦੀ ਵੈਲਿਊ। ਤਾਂ ਜਿਹੜੀ ਇਹ ਵੈਲਿਊ ਤੇ ਐਗਜ਼ੈਕਟਲੀ ਦੋਨੇ ਸੇਮ ਹੋ ਜਾਂਦੀਆਂ ਨੇ, that void ratio is known as critical void ratio। ਇਹ ਰੇਸ਼ੋ ਆਪਾਂ ਨੂੰ ਕਿੱਥੇ ਮਿਲ ਰਹੀ ਹੈ, ਬਹੁਤ ਜ਼ਿਆਦਾ ਸਟ੍ਰੇਨ ਦੇ ਉੱਪਰ ਜਿਹੜੀ ਆਪਾਂ ਨੂੰ void ratio ਦੇਖਣ ਨੂੰ ਮਿਲ ਰਹੀ ਹੈ ਦੋਨੇ ਸੋਇਲਸ ਦੀ, that is critical void ratio। ਉੱਪਰਲਾ ਗ੍ਰਾਫ ਇੰਡੀਕੇਟ ਕਰ ਰਿਹਾ ਲੂਜ਼ ਸੈਂਡ ਨੂੰ, ਨੀਚੇ ਵਾਲਾ ਗ੍ਰਾਫ ਇੰਡੀਕੇਟ ਕਰ ਰਿਹਾ ਡੈਂਸ ਸੈਂਡ ਨੂੰ, ਜਾਂ ਫਿਰ ਆਪਾਂ ਇੱਥੇ ਨਾਰਮਲੀ ਕੰਸੋਲੀਡੇਟਡ ਕਲੇ ਐਂਡ ਓਵਰਲੀ ਕੰਸੋਲੀਡੇਟਡ ਕਲੇ ਵੀ ਲਿਖ ਸਕਦੇ ਹਾਂ। ਕਲੀਅਰ? E ਪਹਿਲਾਂ ਜ਼ਿਆਦਾ ਹੋਊਗੀ ਲੂਜ਼ ਦੇ ਕੇਸ 'ਚ, ਬਾਅਦ 'ਚ ਘਟ ਜੂਗੀ। ਡੈਂਸ ਦੇ ਕੇਸ 'ਚ ਪਹਿਲਾਂ ਘਟ ਹੋਊਗੀ ਤੇ ਬਾਅਦ ਵਿੱਚ ਵੱਧ ਜੂਗੀ, ਕਿਉਂਕਿ ਫੇਲਿਅਰ ਹੋਣ ਤੋਂ ਬਾਅਦ ਸੋਇਲ ਦੇ ਪਾਰਟੀਕਲਸ ਸਕੈਟਰ ਹੋ ਜਾਣਗੇ। ਕਲੀਅਰ? The last topic for today is liquefaction of soil। Liquefaction of soil। Previously ਆਪਾਂ ਕੁਇਕ ਸੈਂਡ ਕੰਡੀਸ਼ਨ ਦੀ ਗੱਲ ਕੀਤੀ ਸੀ। ਕੁਇਕ ਸੈਂਡ ਕੰਡੀਸ਼ਨ ਕੀ ਹੁੰਦੀ ਸੀ, ਜਦੋਂ ਸੋਇਲ ਦਾ ਪੋਰ ਵਾਟਰ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਜਾਂਦਾ ਸੀ ਵੀ ਇਫੈਕਟਿਵ ਸਟ੍ਰੈਸ ਨੂੰ ਕੰਪਲੀਟਲੀ ਬੈਲੈਂਸ ਕਰਕੇ ਜ਼ੀਰੋ ਕਰ ਦਿੰਦਾ ਸੀ, ਉਸ ਕੰਡੀਸ਼ਨ ਨੂੰ ਆਪਾਂ ਕੁਇਕ ਸੈਂਡ ਕੰਡੀਸ਼ਨ ਬੋਲਦੇ ਸੀ। ਉਹਦੇ ਵਿੱਚ ਪੋਰ ਵਾਟਰ ਪ੍ਰੈਸ਼ਰ ਵਧਣ ਦਾ ਰੀਜ਼ਨ ਹੁੰਦਾ ਸੀਗਾ ਆਪਣੀ ਜਿਹੜੀ ਅਪਵਰਡ ਫੋਰਸ ਲੱਗ ਰਹੀ ਹੁੰਦੀ ਸੀ ਸੀਪੇਜ ਕਰਕੇ। ਬਟ ਇਨ ਕੇਸ ਆਫ ਲਿਕੁਇਫੈਕਸ਼ਨ ਆਫ ਸੋਇਲ, whenever seismic loads are acting, ਸਿਜ਼ਮਿਕ ਤੋਂ ਮਤਲਬ ਆਪਾਂ ਅਰਥਕੁਏਕ ਦੀ ਗੱਲ ਵੀ ਕਰ ਸਕਦੇ ਹਾਂ ਤੇ ਆਪਣੇ ਵਾਈਬ੍ਰੇਟਰੀ ਲੋਡਸ ਦੀ ਗੱਲ ਵੀ ਕਰ ਸਕਦੇ ਹਾਂ। ਜਦੋਂ ਵੀ ਸਿਜ਼ਮਿਕ ਲੋਡਸ ਐਕਟ ਕਰ ਰਹੇ ਹੋਣਗੇ, ਵਾਈਬ੍ਰੇਸ਼ਨਸ ਹੋ ਰਹੀਆਂ ਹੋਣਗੀਆਂ, ਤਾਂ ਉਹਦੇ ਕੇਸ 'ਚ ਪੋਰ ਵਾਟਰ ਪ੍ਰੈਸ਼ਰ ਇਨ ਕੇਸ ਆਫ ਵਾਈਬ੍ਰੇਸ਼ਨਸ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਪੋਰ ਵਾਟਰ ਪ੍ਰੈਸ਼ਰ ਡਿਊ ਟੂ ਵਾਈਬ੍ਰੇਸ਼ਨਸ ਇੰਨਾ ਇਨਕਰੀਜ਼ ਹੋ ਜਾਊਗਾ ਵੀ ਉਹ ਆਪਣੇ ਇਫੈਕਟਿਵ ਸਟ੍ਰੈਸ ਨੂੰ ਬੈਲੈਂਸ ਕਰਦੇ, ਦੈਟ ਇਜ਼ ਟੋਟਲ ਲੋਡ ਮਾਈਨਸ ਪੋਰ ਵਾਟਰ ਪ੍ਰੈਸ਼ਰ ਇਜ਼ ਇਕੁਅਲ ਟੂ ਸਿਗਮਾ ਬਾਰ ਲਿਖਿਆ ਸੀ ਆਪਾਂ। ਜਿਵੇਂ ਪੋਰ ਵਾਟਰ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਵੀ ਉਹਨੇ ਸਿਗਮਾ ਬਾਰ ਨੂੰ ਜ਼ੀਰੋ ਕਰਤਾ, that condition is known as liquefaction of soil। Keep in mind, liquefaction of soil is due to seismic loads। Quicksand condition is due to pore water pressure developed in case of seepage force। ਦੋਨੇ ਚੀਜ਼ਾਂ ਡਿਫਰੈਂਟ ਹੈ। ਜੇ ਆਪਾਂ ਇਹਨਾਂ ਨੂੰ ਹੀ ਦੋਨਾਂ ਨੂੰ ਕੰਪੇਅਰ ਕਰਨਾ ਹੋਵੇ, ਦੋਨਾਂ ਦੇ ਕੇਸਿਸ 'ਚ ਸਿਗਮਾ ਬਾਰ ਜਦੋਂ ਜ਼ੀਰੋ ਹੋ ਜਾਂਦਾ ਹੈ ਉੱਥੇ ਆਪਣੀ ਸੋਇਲ ਫੇਲ ਕਰਦੀ ਹੈ, ਲਿਕੁਇਫੈਕਸ਼ਨ ਦੇ ਸਿਜ਼ਮਿਕ ਲੋਡਸ ਕਰਕੇ ਤੇ ਕੁਇਕ ਸੈਂਡ ਦੇ ਵਿੱਚ ਆਪਣਾ ਸੀਪੇਜ ਫੋਰਸਸ ਕਰਕੇ। ਕਲੀਅਰ? ਲਿਕੁਇਫੈਕਸ਼ਨ ਆਫ ਸੋਇਲ ਆਪਣਾ ਲਾਸਟ ਟੌਪਿਕ ਸੀ ਸ਼ੀਅਰ ਸਟਰੈਂਥ ਦਾ। ਇਸ ਤੋਂ ਬਾਅਦ ਮੈਂ ਤੁਹਾਨੂੰ ਕੁਝ ਸਟੂਡੈਂਟਸ ਦੀਆਂ ਜੈਨੂਇਨ ਮਿਸਟੇਕਸ ਦੱਸਣਾ ਚਾਹੂੰਗਾ ਜਿਹੜੀਆਂ ਉਹ ਕੁਐਸਚਨਸ ਨੂੰ ਅਟੈਂਪਟ ਕਰਦੇ ਹੋਏ ਮੋਸਟਲੀ ਕਰਦੇ ਨੇ। ਸਭ ਤੋਂ ਪਹਿਲੀ ਜਿਹੜੀ ਮਿਸਟੇਕ ਉਹਨਾਂ ਤੋਂ ਹੋ ਜਾਂਦੀ ਹੈ, ਆਪਾਂ ਇਕੁਏਸ਼ਨ ਕੀ ਲਿਖੀ ਸੀ, ਸਿਗਮਾ 1 ਇਜ਼ ਇਕੁਅਲ ਟੂ ਸਿਗਮਾ 3 tan square 45 plus 5/2 plus 2c tan 45 plus 5/2। ਆਪਾਂ ਇਹਦੇ ਵਿੱਚ ਕੀ ਲਿਖਿਆ ਸੀ, ਜਿਹੜੇ ਵੀ ਆਪਾਂ ਇੱਥੇ ਸਟ੍ਰੈਸਸ ਲਿਖ ਰਹੇ ਹਾਂ ਇਹ ਇਫੈਕਟਿਵ ਸਟ੍ਰੈਸਸ ਹੈ। ਆਪਾਂ ਕੂਲਮ ਦੇ ਐਨਾਲਿਸਿਸ ਨੂੰ ਜੋ ਕਰੈਕਟ ਕੀਤਾ ਸੀ ਤਾਂ ਆਪਾਂ ਇਹ ਪੜਿਆ ਸੀ ਵੀ ਹੁਣ ਤੋਂ ਬਾਅਦ ਜਿੱਥੇ ਵੀ ਆਪਾਂ ਸਟ੍ਰੈਸਸ ਦੀ ਗੱਲ ਕਰਾਂਗੇ ਹਰ ਥਾਂ ਦੇ ਉੱਪਰ ਇਫੈਕਟਿਵ ਸਟ੍ਰੈਸ ਪੜਾਂਗੇ। ਤਾਂ ਯਾਨੀ ਕਿ ਜਿੱਥੇ ਵੀ ਡਰੇਨੇਜ ਪ੍ਰੋਵਾਈਡ ਨਹੀਂ ਹੋਊਗਾ, ਜਿੱਥੇ ਵੀ ਵਾਟਰ ਦਾ ਬਾਹਰ ਨਿਕਲਣਾ ਅਲਾਉਡ ਨਹੀਂ ਹੋਊਗਾ, ਉਸ ਹਰੇਕ ਕੇਸ ਦੇ ਵਿੱਚ ਵਾਟਰ ਉੱਤੇ ਪੋਰ ਵਾਟਰ ਪ੍ਰੈਸ਼ਰ ਡਿਵੈਲਪ ਹੋਊਗਾ। ਯਾਨੀ ਕਿ ਸਿਗਮਾ 1 ਦੀ ਇਫੈਕਟਿਵ ਵੈਲਿਊ ਵੀ ਬਣ ਜੂਗੀ ਸਿਗਮਾ 1 ਮਾਈਨਸ ਪੋਰ ਵਾਟਰ ਪ੍ਰੈਸ਼ਰ। ਸਿਗਮਾ 3 ਦੀ ਇਫੈਕਟਿਵ ਵੈਲਿਊ ਵੀ ਕਿੰਨੀ ਬਣ ਜੂਗੀ, ਸਿਗਮਾ 3 ਮਾਈਨਸ ਪੋਰ ਵਾਟਰ ਪ੍ਰੈਸ਼ਰ। ਪੋਰ ਵਾਟਰ ਪ੍ਰੈਸ਼ਰ ਕਿਸ ਕੇਸ 'ਚ ਕਿੰਨਾ ਡਿਵੈਲਪ ਹੋ ਰਿਹਾ ਆਪਾਂ ਨੂੰ ਪ੍ਰੋਵਾਈਡਡ ਹੋਊਗਾ। ਸਿਗਮਾ 1 ਮਾਈਨਸ ਮਿਊ ਇਸ ਥਾਂ ਤੇ ਰਿਪਲੇਸ ਕਰਾਂਗੇ, ਸਿਗਮਾ 3 ਮਾਈਨਸ ਮਿਊ ਨੂੰ ਇਸ ਥਾਂ ਤੇ ਰਿਪਲੇਸ ਕਰਾਂਗੇ। ਸਿਰਫ ਉਸ ਕੇਸ ਦੇ ਵਿੱਚ ਜਿਸ ਕੇਸ 'ਚ ਆਪਾਂ ਡਰੇਨੇਜ ਪ੍ਰੋਵਾਈਡ ਨਹੀਂ ਕੀਤਾ। ਜਦੋਂ ਵੀ ਡਰੇਨੇਜ ਪ੍ਰੋਵਾਈਡ ਨਹੀਂ ਕਰਾਂਗੇ ਐਕਸਟਰਾ ਪ੍ਰੈਸ਼ਰ ਡਿਵੈਲਪ ਹੋਊਗਾ ਤੇ ਉਹਨੂੰ ਆਪਾਂ ਨੂੰ ਸਬਟਰੈਕਟ ਵੀ ਕਰਨਾ ਪਊਗਾ। ਕਲੀਅਰ? C ਤੇ φ ਦੀਆਂ ਵੈਲਿਊਜ਼ ਦੇ ਵਿੱਚ ਕੋਈ ਫਰਕ ਨਹੀਂ ਪਊਗਾ, C ਤੇ φ ਦੀਆਂ ਵੈਲਿਊ ਸੇਮ ਰਹਿਣਗੀਆਂ। ਕਈ ਵਾਰੀ ਪੇਪਰ ਦੇ ਵਿੱਚ ਫੇਲੀਅਰ ਪਲੇਨ ਪੁੱਛਿਆ ਹੁੰਦਾ ਹੈ। ਫੇਲੀਅਰ ਪਲੇਨ ਦਾ ਜਿਹੜਾ ਇਹ ਐਂਗਲ ਆਪਾਂ ਕੱਢ ਰਹੇ ਹਾਂ 45 plus 5/2, ਇਹ ਫਰੋਮ ਪ੍ਰਿੰਸੀਪਲ ਪਲੇਨ ਹੈ। ਮੈਂ ਲਾਸਟ ਲੈਕਚਰ ਦੇ ਵਿੱਚ ਵੀ ਇਹਦੇ ਉੱਤੇ ਬਹੁਤ ਸਟ੍ਰੈਸ ਪਾ ਕੇ ਦੱਸਿਆ ਸੀ। ਇਹ ਫਰੋਮ ਪ੍ਰਿੰਸੀਪਲ ਐਕਸਿਸ ਹੈ, ਪ੍ਰਿੰਸੀਪਲ ਐਕਸਿਸ ਦੇ ਉੱਤੋਂ 45 plus 5/2 ਹੈ। ਪ੍ਰਿੰਸੀਪਲ ਐਕਸਿਸ ਵੀ ਕਿਹੜਾ, ਮੇਜਰ।
ਮੇਜਰ ਪ੍ਰਿੰਸੀਪਲ ਐਕਸਿਸ ਦੀ ਗੱਲ ਕਰ ਰਹੇ ਹਾਂ। ਸੋਇਲ ਦੇ ਕੇਸ 'ਚ ਜਿਹੜਾ ਮੇਜਰ ਪ੍ਰਿੰਸੀਪਲ ਐਕਸਿਸ ਹੁੰਦਾ ਹੈ ਇਹ ਵਰਟੀਕਲ ਹੁੰਦਾ ਹੈ, ਕਿਉਂਕਿ ਵਰਟੀਕਲ ਲੋਡਿੰਗ ਜ਼ਿਆਦਾ ਹੁੰਦੀ ਹੈ, ਤਾਂ ਇੱਥੇ ਵਰਟੀਕਲ ਐਕਸਿਸ ਦੀ ਗੱਲ ਕਰ ਰਹੇ ਹਾਂ। ਇਹ ਕੇਸ ਫਰੋਮ ਹੌਰੀਜ਼ੌਂਟਲ ਪੁੱਛਿਆ ਹੋਊਗਾ ਤਾਂ ਜਿੰਨਾ ਵੀ ਆਪਣਾ ਐਂਗਲ ਆਊਗਾ ਉਹਨੂੰ ਆਪਾਂ 90 ਦੇ ਵਿੱਚੋਂ ਮਾਈਨਸ ਕਰਾਂਗੇ। ਕਲੀਅਰ? ਕਿਵੇਂ ਪਤਾ ਲੱਗਿਆ? ਆਪਣਾ ਜਿਹੜਾ ਐਂਗਲ ਨਿਕਲ ਕੇ ਆਇਆ ਉਹ ਫਰੋਮ ਦਿਸ ਐਕਸਿਸ ਨਿਕਲ ਕੇ ਆਇਆ, ਜੇ ਇਸ ਐਕਸਿਸ ਤੋਂ ਰਿਕੁਆਇਰਡ ਹੋਊਗਾ ਹੌਰੀਜ਼ੌਂਟਲ ਤੋਂ ਆਪਾਂ ਉਹਨੂੰ 90 ਚੋਂ ਮਾਈਨਸ ਕਰਾਂਗੇ। ਇਹ ਦੋ ਮੋਸਟਲੀ ਕੀਤੀਆਂ ਜਾਣ ਵਾਲੀਆਂ ਮਿਸਟੇਕਸ ਹੁੰਦੀਆਂ ਨੇ ਸਟੂਡੈਂਟ ਵੱਲੋਂ। ਬਾਕੀ ਜਿਵੇਂ ਆਪਾਂ ਅੱਜ ਲੋਕ ਵੇਨ ਸ਼ੀਅਰ ਟੈਸਟ ਪੜ੍ਹਿਆ ਸੀ, ਉਹਦੇ ਵਿੱਚ ਆਪਾਂ ਦੋ ਕੰਡੀਸ਼ਨਸ ਪੜ੍ਹੀਆਂ ਸੀਗੀਆਂ, ਇੱਕ ਤਾਂ ਟੌਪ ਤੋਂ ਸ਼ੀਅਰ ਹੋਵੇ, ਇੱਕ ਟੌਪ ਤੋਂ ਸ਼ੀਅਰ ਨਾ ਹੋਵੇ। ਉਸ ਕੇਸ ਦਾ ਵੀ ਧਿਆਨ ਰੱਖਣਾ ਹੈ। ਮੋਸਟਲੀ ਸਟੂਡੈਂਟ ਕਾਲੀ ਸਿੱਧਾ ਫਾਰਮੂਲਾ ਅਪਲਾਈ ਕਰ ਦਿੰਦੇ ਆ ਤੇ ਇੱਕ ਮੋਸਟ ਕਾਮਨ ਮਿਸਟੇਕ ਬਣ ਜਾਂਦੀ ਹੈ। ਇੱਥੇ ਆਪਣਾ ਸ਼ੀਅਰ ਸਟਰੈਂਥ ਵਾਲਾ ਟੌਪਿਕ ਕੰਪਲੀਟ ਹੁੰਦਾ ਹੈ। ਹੋਪਸ ਹੋ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਜੇ ਕੋਈ ਡਾਊਟ ਰਹਿੰਦਾ ਹੈ ਤਾਂ ਤੁਸੀਂ ਨੀਚੇ ਕਮੈਂਟਸ ਦੱਸ ਸਕਦੇ ਹੋ। ਟੈਲੀਗ੍ਰਾਮ ਚੈਨਲ ਜਾਂ WhatsApp ਗਰੁੱਪ 'ਚ ਆਪਣਾ ਸਟੱਡੀ ਮਟੀਰੀਅਲ ਪਿਕ ਕਰ ਸਕਦੇ ਹੋ। WhatsApp ਗਰੁੱਪ 'ਚ ਡਾਊਟਸ ਵੀ ਡਿਸਕਸ ਕਰ ਸਕਦੇ ਹੋ। ਜੇ ਕੋਈ ਵੀ ਹੋਰ ਕੁਐਰੀ ਹੋਵੇ ਫੀਲ ਫ੍ਰੀ ਟੂ ਮੈਂਸ਼ਨ ਆਪਣੇ ਫਰੈਂਡਸ ਨਾਲ। ਵੀਡੀਓ ਦਾ ਲਿੰਕ, ਚੈਨਲ ਦਾ ਲਿੰਕ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟਸ ਨੂੰ ਇਸ ਦਾ ਬੈਨੀਫਿਟ ਮਿਲ ਸਕੇ। ਜਿਨ੍ਹਾਂ ਨੇ ਵੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਡੂ ਸਬਸਕ੍ਰਾਈਬ ਐਂਡ ਟਰਨ ਔਨ ਦ ਨੋਟੀਫਿਕੇਸ਼ਨ ਬਟਨ। ਥੈਂਕ ਯੂ ਵੈਰੀ ਮਚ।